ਦੋਸਤੋ, ਇਹ ਸਾਹਮਣੇ ਜੋ ਤੁਸੀਂ ਪੇਂਟਿੰਗ ਵੇਖ ਰਹੇ ਹੋ, ਇਹ ਗੁਰਨਿਕਾ ਹੈ। ਇੱਕ ਤਸਵੀਰ ਵਿੱਚ ਅਨੇਕ ਤਸਵੀਰਾਂ, ਸਭ ਇੱਕ ਦੂਜੀ ਵਿੱਚ ਭਿੜਦੀਆਂ। ਪੀੜਾ, ਦਹਿਸ਼ਤ ਤੇ ਹਿੰਸਾ ਦੇ ਬੇਹੂਦਾ ਤਾਂਡਵ ਦੀ ਜਜ਼ਬਾਤੀ, ਤਰਕਯੁਕਤ, ਕਲਾਤਮਕ ਤੇ ਯਥਾਰਥਵਾਦੀ ਪੇਸ਼ਕਾਰੀ। ਜਰਾ ਧਿਆਨ ਨਾਲ ਦੇਖੋ। ਆਕਾਰ ਤਿਕੋਣੇ ਨੇ, ਕਾਰਨ ਬਾਅਦ ਵਿੱਚ ਦੱਸਦੇ ਹਾਂ। ਖੱਬੇ ਪਾਸੇ ਇੱਕ ਔਰਤ ਦੇ ਹੱਥਾਂ ਵਿੱਚ ਆਪਣੇ ਪੁੱਤਰ ਦੀ ਲਾਸ਼, ਤੇ ਸੱਜੇ ਪਾਸੇ ਦੂਸਰੀ ਔਰਤ ਨੇ ਆਪਣੀਆਂ ਬਾਹਾਂ ਤੇ ਬਲਦੀ ਹੋਈ ਇਮਾਰਤ ਨੂੰ ਉਠਾਇਆ ਹੋਇਆ। ਚਾਰ ਔਰਤਾਂ, ਇੱਕ ਬੱਚਾ ਤੇ ਇੱਕ ਜਵਾਨ ਸਿਪਾਹੀ ਦੀ ਹੋਣੀ ਦੱਸਦੀ ਹੈ ਇਹ ਤਸਵੀਰ। ਪੇਂਟਿੰਗ ਵੱਲ ਇੱਕ ਨਜ਼ਰ ਮਾਰੋ। ਪੀੜ ਨਾਲ ਚੀਕਦੀ ਇੱਕ ਲੜਕੀ ਨੇ ਆਪਣਾ ਮੂੰਹ ਉੱਪਰ ਨੂੰ ਕੀਤਾ ਹੈ, ਪਰ ਉਸਨੂੰ ਧਰਵਾਸ ਦੇਣ ਲਈ ਕਿਸੇ ਦੀ ਬੁੱਕਲ, ਹੱਥ ਜਾਂ ਚਿਹਰਾ ਨਹੀਂ, ਸਗੋਂ ਸਿੰਗਾਂ ਵਾਲੇ ਸਾਹਣ ਦਾ ਡਰਾਉਣਾ ਮੁਹਾਂਦਰਾ। ਤਿੱਖੇ ਤਕੋਣੀ ਸਿੰਘ ਪਾਵਲੋ ਦੀ ਨਿੱਜੀ ਸ਼ੈਲੀ ਨੇ। ਉਹ ਮੁਟਿਆਰ ਅਚੇਤ ਹੀ ਇੱਕ ਫੌਜੀ ਦੀ ਬਾਂਹ ਤੇ ਖੜੀ ਹੈ, ਜਿਸਦੀ ਟੁੱਟੀ ਖੋਪਰੀ ਖੌਫ ਨੂੰ ਜਰਬ ਦੇ ਰਹੀ ਹੈ, ਭਾਵ ਡਰ ਵਿੱਚ ਵਾਧਾ ਕਰ ਰਹੀ ਹੈ। ਜਿਸਦੇ ਸੱਜੇ ਹੱਥ ਵਿੱਚ ਫੜੀ ਤਲਵਾਰ ਟੁੱਟ ਚੁੱਕੀ ਹੈ, ਪਰ ਬੜੀ ਮਜ਼ਬੂਤੀ ਨਾਲ ਸਿਪਾਹੀ ਦੇ ਹੱਥ ਨੇ ਉਸ ਨੂੰ ਜਕੜਿਆ ਹੈ, ਫੜਿਆ ਹੈ। ਸੁਭਾਵਿਕ ਹੈ, ਫੌਜੀ ਮਰ ਚੁੱਕਾ ਹੈ, ਪਰ ਹਿੰਸਕ ਦੇ ਵਾਹਕ ਨੂੰ, ਤਲਵਾਰ ਨੂੰ ਛੱਡਣੋਂ ਇਨਕਾਰੀ। ਹਿੰਸਾ ਦੀ ਇੰਤਹਾ ਦਾ ਸੋਹਜਮਈ ਚਿਤਰਣ। ਮਨੋਵਿਗਿਆਨਕ ਘੁੰਡੀ ਇਹ ਕਿ ਮਰਦਿਆਂ ਮਰ ਜਾਂਦਾ ਬੰਦਾ, ਪਰ ਵਸਤਾਂ ਦਾ ਮੋਹ ਨਹੀਂ ਤਿਆਗਦਾ। ਇਹ ਲਾਸ਼ ਤੇ ਹੀ ਇੱਕ ਘੋੜਾ ਖੜਾ ਹੈ, ਜਿਸ ਨੇ ਆਪਣਾ ਮੂੰਹ ਉੱਪਰ ਨੂੰ ਚੁੱਕਿਆ ਹੋਇਆ ਹੈ। ਤਸਵੀਰ ਵੱਲ ਧਿਆਨ ਨਾਲ ਦੇਖੋ। ਦਰਦ ਨਾਲ ਕਰਾਹ ਰਿਹਾ ਜਾਪਦਾ ਹੈ, ਪਰ ਬਲਬ ਦੀ ਤੇਜ਼ ਰੌਸ਼ਨੀ ਜਿਸ ਨੇ ਪ੍ਰਕਾਸ਼ ਦੇਣਾ ਹੈ, ਉਸ ਦੀਆਂ ਅੱਖਾਂ ਤੇ ਲਿਸ਼ਕੋਰ ਪਾ ਰਹੀ ਹੈ। ਵਸਤਾਂ ਆਪਣਾ ਲਾਹੇਵੰਦੀ ਕਲਿਆਣਕਾਰੀ ਸੁਭਾਅ ਛੱਡ ਕੇ ਦਰਦ, ਪੀੜਾ, ਹਿੰਸਾ, ਦਹਿਸ਼ਤ, ਭੈ ਵਿੱਚ ਵਾਧਾ ਕਰਨ ਵਿੱਚ ਮਸ਼ਰੂਫ। ਮਤਲਬ ਵਰਤਾਰਿਆਂ ਘਟਨਾਵਾਂ ਮਾਨਵੀ ਹੀ ਨਹੀਂ, ਗੈਰ ਮਾਨਵੀ ਹੋਂਦ ਨੂੰ ਵੀ ਆਪਣੇ ਹਿੰਸਕ ਸੁਭਾਅ ਵਿੱਚ ਢਾਲ ਲੈਂਦੀਆਂ, ਜਿਵੇਂ ਬਲਬ ਤੇ ਇਸ ਦੀ ਰੌਸ਼ਨੀ ਨੂੰ ਅਮਾਨਵੀ ਬਣਾ ਰਹੀਆਂ ਨੇ। ਅਗਾਂਹ ਇੱਕ ਮਾਨਵੀ ਚਿਹਰਾ ਹੈ, ਜੋ ਡਾਇਨਾਸੌਰੀ ਡਰਾਵਨੀ ਸ਼ਕਲ ਵਿਖਾ ਰਿਹਾ ਹੈ। ਇਹਦੇ ਐਨ ਉੱਤੇ ਇੱਕ ਜੋਬਨ ਮੱਤਾ ਹੁਸੀਨ ਨਾਇਰੀ ਮੁਕੜਾ, ਪਰ ਸਿਰਫ ਮੁਖੜਾ ਹੀ ਹੈ, ਬੇਗਾਇਬ। ਅਗਾਂਹ ਮੌਤ ਮੁੜ ਤਾਂਡਵ ਨਚਾ ਰਹੀ ਹੈ। ਉਸਦੇ ਹੱਥਾਂ ਵਿੱਚ ਇਮਾਰਤਾਂ, ਜਿਨ੍ਹਾਂ ਨੂੰ ਅੱਗ ਲੱਗੀ ਹੈ, ਬੰਦੇ ਹੱਥੋਂ ਬੰਦੇ ਤੇ ਉਹਦੀਆਂ ਰਿਹਾਇਸ਼ਾਂ, ਉਹਦੇ ਜੀਵਨ ਸਾਧਨ ਤੇ ਉਹਨਾਂ ਅੰਦਰਲੀ ਮਾਸੂਮੀਅਤ ਦੇ ਕਤਲ ਦੀ ਜਹੀਨ ਕਲਾਤਮਕ ਸੋਝਮਈ ਸੁਭਾਵਿਕ ਪੇਸ਼ਕਾਰੀ। ਯੂਰਪ ਹੀ ਨਹੀਂ, ਏਸ਼ੀਆ, ਅਮਰੀਕਾ ਤੇ ਅਫਰੀਕਾ ਦੇ ਕਲਾ ਇਤਿਹਾਸ ਦੇ ਵਿੱਚ ਯੁੱਧ ਦੀ ਹਮੇਸ਼ਾ ਮਹਿਮਾ ਗਾਈ ਗਈ ਹੈ, ਪਰ ਇਹ ਤਸਵੀਰ ਯੁੱਧ ਵਿਰੋਧੀ ਹੈ। ਸ਼ਾਇਦ ਪਹਿਲੀ ਵਾਰੀ ਹੋਇਆ ਕਿ ਕਿਸੇ ਪੇਂਟਰ ਨੇ ਲੜਾਈ ਦੀ ਭਿਆਨਕਤਾ ਨੂੰ ਚਿਤਰਨ ਦਾ ਯਤਨ ਕੀਤਾ ਹੈ। ਇਸ ਪੇਂਟਿੰਗ ਵਿੱਚ ਟੁੱਟੀ ਤਲਵਾਰ ਪੀੜਾ ਦੇ ਦ੍ਰਿਸ਼ ਦੇ ਚਿਤਰਨ ਨਾਲ ਜੰਗ ਦੀ ਨਿਰਾਰਥਕਤਾ ਦਾ ਚਿਹਨ ਪੇਸ਼ ਕਰਦੀ ਹੈ। ਸਮੁੱਚੀ ਪੇਂਟਿੰਗ ਵਿੱਚ ਯੁੱਧ ਦੀ ਪੀੜਾ, ਹਿੰਸਾ, ਦਹਿਸ਼ਤ ਤੇ ਬਰਬਾਦੀ ਦਾ ਬਿਆਨ। ਪੇਂਟਿੰਗ ਨੂੰ ਸਮਝਣ ਲਈ ਕੁਝ ਹੋਰ ਪੇਂਟਿੰਗਾਂ ਵੱਲ ਨਜ਼ਰ ਮਾਰੀਏ। ਸਭ ਤੋਂ ਪਹਿਲੀ ਹੈ ਓਸੈਲੋ ਦੀ ਪੇਂਟਿੰਗ ਸਨ ਰੋਮੈਨੋ ਦੀ ਲੜਾਈ। ਤਸਵੀਰ ਤੁਹਾਡੇ ਸਾਹਮਣੇ ਹੈ। ਪੇਂਟਿੰਗ ਦੂਸਰੀ ਗੋਇਆ ਦੀ ਸੁਪ੍ਰਸਿੱਧ ਪੇਂਟਿੰਗ ਹੈ 3 ਮਈ 1808। ਤੀਸਰੀ ਪੇਂਟਿੰਗ ਹੈ ਪਾਲ ਗੋਗੂਇਨ ਦੀ ਪੀਲਾ ਮਸੀਹ, ਤੇ ਚੌਥੀ ਯੀਜੂ ਮਸੀਹ ਦੇ ਸਟਿਗਮੈਟਾ। ਪੰਜਵਾਂ ਮਾਈਕਲ ਐਂਗਲੋ ਦਾ ਬਣਾਇਆ ਪਾਈਟਾ। ਛੇਵਾਂ ਐਡਵਰਡ ਮੁੰਚ ਦੀ ਚੀਕ, ਤੇ ਸੱਤਵਾਂ ਗਿਊਬਾਨੀ ਬੱਟਿਸਟਾ ਟਿਪਲੋ ਦੀ ਪੇਂਟਿੰਗ ਆਪਣੇ ਸਿਪਾਹੀਆਂ ਨੂੰ ਸੰਬੋਧਿਤ ਮਹਾਰਾਣੀ ਜਨੋਬੀਆ। ਪੇਂਟਿੰਗ ਵੇਖਦਿਆਂ ਸਾਡੇ ਜ਼ਿਹਨ ਵਿੱਚ ਅਨੇਕ ਸਵਾਲ ਪੈਦਾ ਹੁੰਦੇ ਨੇ, ਜਿਵੇਂ ਇਨਸਾਨਾਂ ਤੇ ਜਾਨਵਰਾਂ ਦੇ ਖੁੱਲੇ ਮੂੰਹ ਚੀਖਾਂ ਦੇ ਚਿਹਨ ਨੇ, ਕਿ ਉਹ ਚੀਕਾਂ ਮਾਰਦੇ ਪ੍ਰਤੀਤ ਹੁੰਦੇ ਨੇ, ਜਾਂ ਇਹ ਦਿਖਾਉਣ ਦਾ ਯਤਨ ਕੀਤਾ ਹੈ ਪਾਬਲੋ ਪਿਕਾਸੋ ਨੇ ਹਰੇਕ ਜੀਵ ਖੰਜਰ ਕਿਉਂ ਹੈ, ਜਾਂ ਬਿਜਲੀ ਦਾ ਬਲਬ ਮੌਜੂਦਾ ਯੁੱਗ ਤੇ ਟਿੱਪਣੀ ਸਿਰਜ ਰਿਹਾ ਹੈ। ਕੀ ਚਿਰਾਗ ਉਮੀਦ ਦਾ ਪ੍ਰਤੀਕ ਨੇ? ਘੋੜੇ ਦੇ ਜਿਸਮ ਤੇ ਹੈਸ਼ ਚਿੰਨ ਅਖਬਾਰੀ ਛਾਪ ਵਾਂਗ ਜਾਪਦੇ ਯੁੱਧ ਦੀ ਤਬਾਹੀ ਦੇ ਅਖਬਾਰੀ ਬਿਆਨ ਨੂੰ ਪੇਸ਼ ਕਰਦੇ ਨੇ। ਹੁਣ ਪੇਂਟਿੰਗ ਵਿੱਚ ਪੰਛੀ ਅਮਨ ਦਾ ਸੁਨੇਹਾ ਦੇਣ ਵਾਲੀ ਘੁੱਗੀ ਹੈ, ਜਾਂ ਚੂਜੇ ਜੋ ਆਮ ਲੋਕਾਂ ਦੇ ਬਾਜ਼ਾਰ ਵੱਲ ਜਾਣ ਦੀ ਤਸ਼ਬੀਹ ਨੇ, ਜਾਂ ਸੰਕੇਤ ਨੇ, ਜਾਂ ਚਿਹਨ ਨੇ। ਪੇਂਟਿੰਗ ਹੇਠਾਂ ਵੱਡੀ ਬਾਂਹ ਤੇ ਟੁੱਟੀ ਤਲਵਾਰ ਕੋਲ ਪਿਆ ਅਕਹਿਰਾ ਫੁੱਲ ਕੀ ਦੱਸਦਾ ਹੈ? ਕੀ ਘੋੜੇ ਦੀ ਪੂਛ ਧੂਏ ਦੀ ਕਲਗੀ ਵਾਂਗ ਦਿਖਾਉਣ ਦਾ ਯਤਨ ਜਾਣ ਬੁੱਝ ਕੇ ਕੀਤਾ ਗਿਆ ਹੈ?
ਹੁਣ ਜਿੱਥੇ ਸਾਨ ਸਪੇਨੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ, ਉੱਥੇ ਅਰਧ ਸਾਨ, ਅਰਧ ਇਨਸਾਨੀ ਰੂਪ ਵਾਲਾ ਮਿਨੋਟਾਰ ਨਾਂ ਦਾ ਜੀਵ, ਇਹ ਯੂਨਾਨੀ ਮਿਥੋਲੋਜੀ ਵਿੱਚੋਂ ਲਿਆ ਹੈ। ਹੁਣ ਪੇਂਟਿੰਗ ਵਿਚਲੀਆਂ 4 ਔਰਤਾਂ ਕੋਈ ਖਾਸ ਮਹਿਲਾਵਾਂ ਨੇ ਜਾਂ ਸਧਾਰਨ ਔਰਤਾਂ ਦੀ ਹੀ ਪੇਸ਼ਕਾਰੀ ਕੀਤੀ ਹੈ। ਹੁਣ ਇਹ ਪੇਂਟਿੰਗ ਕਿਸਨੇ ਬਣਾਈ ਹੈ? ਸਪੇਨ ਦੇ ਮਹਾਨ ਚਿੱਤਰਕਾਰ ਪਾਬਲੋ ਪਿਕਾਸੋ ਨੇ। 1881 ਵਿੱਚ ਉਸਦਾ ਜਨਮ, 1973 ਵਿੱਚ ਉਸਦੀ ਮੌਤ, 92 ਸਾਲ ਦੀ ਉਮਰ ਵਿੱਚ। ਕਲਾ ਤੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਕਿਸੇ ਜਾਣਕਾਰੀ ਦਾ ਮੁਹਤਾਜ ਨਾਮ ਨਹੀਂ ਹੈ। ਆਪਾਂ ਤਸਵੀਰ ਦੀ ਗੱਲ ਕਰਦੇ ਹਾਂ। 26 ਅਪ੍ਰੈਲ 1937 ਨੂੰ ਸਪੇਨ ਦੇ ਭਵਿੱਖੀ ਤਾਨਸ਼ਾਹ ਫਰਾਂਸਿਸਕੋ ਫਰੈਂਕੋ ਵੱਲੋਂ ਹੁਕਮ ਦਿੱਤੇ ਜਾਣ ਤੇ ਜਰਮਨ ਤੇ ਇਟਲੀ ਦੀਆਂ ਫੌਜਾਂ ਵੱਲੋਂ ਸਪੇਨ ਦੇ ਸ਼ਹਿਰ ਬਾਸਕ ਤੇ ਕੀਤੀ ਬੰਬਾਰੀ, ਜਿਸ ਵਿੱਚ ਸੈਂਕੜੇ ਬੇਗੁਨਾਹ ਸ਼ਹਿਰੀ ਮਾਰੇ ਗਏ ਸਨ, ਉਸ ਦੇ ਉੱਤੇ ਆਧਾਰਿਤ ਇਹ ਚਿੱਤਰ ਹੈ। ਤੇ ਇਹ ਕੈਨਵਸ ਤੇ ਤੇਲ ਨਾਲ ਬਣਾਇਆ ਗਿਆ, ਜਿਸ ਦਾ ਆਕਾਰ 350 ਸੈਂਟੀਮੀਟਰ ਮਲਟੀਪਲਾਈਡ ਬਾय 776 ਸੈਂਟੀਮੀਟਰ। ਤਾਂ ਇਹ ਤਕਰੀਬਨ 137 ਇੰਚ ਇੱਕ ਪਾਸੇ, 305 ਇੰਚ ਦੂਜੇ ਪਾਸੇ ਹੈ, ਤੇ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਪਿਆ ਹੈ, ਰੈਨਾ ਸੋਫੀਆ ਅਜਾਇਬ ਘਰ ਵਿੱਚ। ਤੇ ਉਸ ਅਜਾਇਬ ਘਰ ਨੂੰ ਮਿਊਜ਼ੀਓ ਡੈਲ ਪ੍ਰੈਡੋ ਵੀ ਆਖਦੇ ਨੇ। ਆਪਾਂ ਤਸਵੀਰ ਵੱਲ ਦੁਬਾਰਾ ਨਜ਼ਰ ਮਾਰਦੇ ਹਾਂ। ਦੇਖੋ, ਜਿਹੜਾ ਤਸਵੀਰ ਦੇ ਵਿੱਚ ਦੇਖੋ ਕਿ ਇਸ ਦੇ ਵਿੱਚ ਇੱਕੋ ਤੱਤ ਨੂੰ ਬਹੁਪਰਤੀ ਬਣਾ ਕੇ ਕਲਾਤਮਕ ਭਾਸ਼ਾ ਨੂੰ ਅਮੀਰ ਕਿਵੇਂ ਬਣਾਇਆ ਹੈ। ਜਿਵੇਂ ਘੋੜੇ ਦਾ ਮੂੰਹ ਵੇਖੋ, ਘੋੜੇ ਦੇ ਮੂੰਹ ਵਿੱਚ ਜੀਭ ਨੂੰ ਕੋਣਾ ਬਣਾ ਕੇ ਖੰਜਰ ਦੀ ਸ਼ਕਲ ਦੇ ਕੇ ਘੋੜੇ ਦੀ ਪੀੜਾ ਨੂੰ ਜਰਬ ਦਿੱਤਾ ਹੈ। ਪਰ ਇਸ ਪੇਂਟਿੰਗ ਦੀ ਵਿਲੱਖਣਤਾ ਇਸ ਨਵੀਨ ਸ਼ੈਲੀ ਵਿੱਚ ਨਹੀਂ, ਹੋਰ ਪੱਖਾਂ ਵਿੱਚ ਵੀ ਵਿਖਾਈ ਦਿੰਦੀ ਹੈ। ਤੁਸੀਂ ਨਿਰੰਤਰ ਤਸਵੀਰ ਵੱਲ ਵੇਖਦੇ ਰਹੋ। ਪਿਕਾਸੋ ਨੇ ਕਈ ਨਵੀਆਂ ਪੁਰਾਣੀਆਂ ਸ਼ਾਹਕਾਰ ਕਲਾਤਮਕ ਕਿਰਤਾਂ ਨੂੰ ਇਸ ਪੇਂਟਿੰਗ ਦੀ ਸੰਰਚਨਾ ਲਈ ਆਧਾਰ ਬਣਾਇਆ ਹੈ। ਉਹਨਾਂ ਦਾ ਜ਼ਿਕਰ ਅਸੀਂ ਪਹਿਲਾਂ ਕੀਤਾ ਹੈ। ਪੇਂਟਿੰਗ ਦੇ ਪੈਰਾਂ ਵਿੱਚ ਧੜ ਤੋਂ ਅਲੱਗ ਹੋਇਆ ਸਿਰ ਤੇ ਬਾਹਾਂ ਜੰਗ ਦੇ ਮਾਰੂ ਪ੍ਰਭਾਵ ਦੀ ਯਥਾਰਥਵਾਦੀ ਪੇਸ਼ਕਾਰੀ ਕਰਨ ਦੇ ਨਾਲ ਨਾਲ ਇੱਕ ਇਲੂਜ਼ਨ ਵੀ ਨੇ। ਹੁਣ ਓਸੈਲੋ ਦੀ ਪੇਂਟਿੰਗ ਸਨ ਰੋਮੈਨੋ ਦੀ ਲੜਾਈ, ਇਹਦੇ ਵਿੱਚ ਵੀ ਵੱਢਿਆ ਹੋਇਆ ਸਿਰ ਤੇ ਬਾਹਾਂ ਵਿਖਾਈ ਦਿੰਦੀਆਂ ਨੇ, ਜੋ ਕਿ ਯੁੱਧ ਦੇ ਜਿੱਤ ਦਾ ਜਸ਼ਨ ਮਨਾ ਰਹੇ ਯੋਧਿਆਂ ਦੇ ਲਈ ਜਿੱਤ ਦੇ ਚਿੰਨ੍ਹ ਨੇ। ਪਰ ਇਸ ਤਸਵੀਰ ਵਿੱਚ ਚਿੱਤਰਕਾਰ ਨੇ ਇਹੀ ਚਿੰਨ੍ਹ ਪੇਸ਼ ਕਰਕੇ ਆਪਣੀ ਕਿਰਤ ਨੂੰ ਦੁਖਾਂਤਕ ਬਣਾਇਆ ਹੈ। ਉੱਥੇ ਇਸ ਨੂੰ ਯੁੱਧ ਦੇ ਇੱਕ ਚਿੰਨ੍ਹ ਦਿਖਾ ਕੇ ਖੁਸ਼ੀ ਪ੍ਰਗਟ ਕਰ ਰਹੇ ਨੇ ਕਿ ਉਹ ਜਿੱਤ ਗਏ ਨੇ, ਪਰ ਇਸ ਦੇ ਵਿੱਚ ਜਿੱਤ ਨੂੰ ਹਾਰ ਦਿਖਾਇਆ ਹੈ। ਕਿ ਜਿਵੇਂ ਸਾਹਿਰ ਲੁਧਿਆਣਵੀ ਕਹਿੰਦਾ ਹੈ ਕਿ ਜਿਹੜਾ ਯੁੱਧ ਹੁੰਦਾ ਹੈ ਉਹ ਅਲਟੀਮੇਟਲੀ ਆਖਰਕਾਰ ਦੋਹਾਂ ਧਿਰਾਂ ਦੀ ਹਾਰ ਹੀ ਹੁੰਦੀ ਹੈ। ਦੋਹਾਂ ਕਲਾਕ੍ਰਿਤਾਂ ਵਿੱਚ ਇੱਕ ਟੁੱਟੀ ਹੋਈ ਤਲਵਾਰ ਪੇਂਟਿੰਗ ਦੇ ਪੈਰਾਂ ਵਿੱਚ ਪਈ ਹੈ। ਪਿਕਾਸੋ ਨੇ ਇਹਨਾਂ ਤੱਤਾਂ ਰਾਹੀਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਜਿੱਥੇ ਜੰਗ ਵਿੱਚ ਇੱਕ ਧਿਰ ਦੀ ਹਾਰ ਦੂਜੀ ਧਿਰ ਦੀ ਜਿੱਤ ਦਾ ਕਾਰਨ ਬਣਦੀ ਹੈ, ਉੱਥੇ ਇੱਕ ਦੀ ਬਰਬਾਦੀ ਦੂਜੀ ਧਿਰ ਨੂੰ ਖੁਸ਼ੀ ਦਿੰਦੀ ਹੈ। ਪਰ ਇਹ ਖਾਸਾ ਜਿਹੜਾ ਹੈ ਉਹ ਮਾਨਵੀ ਖਾਸਾ ਨਹੀਂ ਹੈ। ਅਲੂਜ਼ਨ ਕਲਾ ਭਰਮ ਦੇ ਰਾਹੀਂ ਜਸ਼ਨ ਬਨਾਮ ਦਹਿਸ਼ਤ ਦਾ ਜਿਹੜਾ ਵਿਸ਼ਵ ਵਿਆਪੀ ਪੈਗਾਮ ਹੈ, ਉਸ ਨੂੰ ਤੋੜ ਕੇ ਇਹ ਜਿਹੜੀ ਪੇਂਟਿੰਗ ਹੈ, ਤੁਸੀਂ ਦੇਖੋ ਕਿ ਇਸ ਪੇਂਟਿੰਗ ਨੂੰ ਜਦੋਂ ਦੇਖਦੇ ਹੋ ਤੁਸੀਂ, ਤਾਂ ਇਹ ਇੱਕ ਦੁਖਾਂਤਕ ਪੇਂਟਿੰਗ ਹੈ। ਇਹ ਮੌਤ ਦਾ ਜਿਹੜਾ ਇੱਕ ਪੈਗਾਮ ਦਿੰਦੀ ਹੈ। ਪੇਂਟਿੰਗ ਦੇ ਵਿੱਚ ਹੇਠਾਂ ਡਿੱਗੇ ਯੋਧੇ ਦੇ ਹੱਥ ਵਿੱਚ ਟੁੱਟੀ ਤਲਵਾਰ ਰਾਹੀਂ ਹਾਰਨ ਵਾਲੀ ਧਿਰ ਦੇ ਸਰੀਰਕ, ਮਾਨਸਿਕ ਤੇ ਭੌਤਿਕ ਤੌਰ ਤੇ ਟੁੱਟ ਜਾਣ ਦਾ ਸੰਕੇਤ ਉੱਭਰਦਾ ਹੈ। ਹੁਣ ਚਿੱਤਰ ਵਿੱਚ ਸੱਜੇ ਪਾਸੇ ਇੱਕ ਔਰਤ ਬਾਹਾਂ ਚੁੱਕ ਕੇ ਉੱਪਰ ਆਕਾਸ਼ ਵੱਲ ਵੇਖਦੀ ਕਰਾ ਰਹੀ ਹੈ। ਇਹ ਯੁੱਧ ਦੀ ਚੀਖ, ਜੋ ਜੰਗ ਦੇ ਕੁਪ੍ਰਭਾਵ ਨੂੰ ਚਿਤਰਨ ਕਰਦੀ ਹੈ, ਮਾੜੇ ਪ੍ਰਭਾਵ ਨੂੰ ਚਿਤਰਨ ਕਰਦੀ ਹੈ। ਮਹਿਲਾ ਆਪਣੇ ਬਚਾਓ ਲਈ ਰੱਬ ਨੂੰ ਜਾਂ ਹੋ ਸਕਦਾ ਹੈ ਆਸੇ-ਪਾਸੇ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰਦੀ, ਬੇਨਤੀ ਕਰਦੀ ਹੈ। ਉੱਪਰ ਤੋਂ ਡਿੱਗ ਰਹੇ ਬੰਬਾਂ ਨੂੰ ਰੋਕਣ ਦਾ ਅਸਫਲ ਯਤਨ ਵੀ ਕਰਦੀ ਹੋ ਸਕਦੀ ਹੈ। ਇਸ ਚਿੱਤਰ ਦੇ ਇਸ ਹਿੱਸੇ ਦੀਆਂ ਸਧਾਰਨ ਪੜਤਾਂ ਨੇ ਚਿੱਤਰਕਾਰੀ ਦੇ ਵਿਦਿਆਰਥੀਆਂ ਨੂੰ ਪੇਂਟਿੰਗ ਦੇ ਇਸ ਹਿੱਸੇ ਵਿੱਚੋਂ ਗੋਇਆ ਦੀ ਸੁਪ੍ਰਸਿੱਧ ਪੇਂਟਿੰਗ 3 ਮਈ 1808 ਦਾ ਝਾਲਾ ਪਵੇਗਾ। ਪਾਬਲੋ ਪਿਕਾਸੋ ਨੇ ਗੋਇਆ ਦੀ ਤਸਵੀਰ ਦਾ ਇਲੂਜ਼ਨ ਜਾਂ ਭੁਲੇਖਾ ਜਾਂ ਭਰਮ ਬੜੇ ਪੁਖਤਾ ਢੰਗ ਨਾਲ ਵਰਤਿਆ। ਗੋਇਆ ਦੀ ਪੇਂਟਿੰਗ ਵਿੱਚ ਜਦੋਂ ਨੈਪੋਲੀਅਨ ਦੀਆਂ ਫੌਜਾਂ ਪੈਨਿਨਸੁਲਾ ਯੁੱਧ ਦੌਰਾਨ ਸਪੇਨ ਤੇ ਕਬਜ਼ਾ ਕਰਨ ਲਈ ਯਤਨਸ਼ੀਲ ਸਨ, ਤਾਂ ਉਹਨਾਂ ਵੱਲੋਂ ਫੜੇ ਸਪੇਨ ਦੇ ਬਾਗੀ ਯੋਧਿਆਂ ਨੂੰ ਮਾਰਨ ਦਾ ਦ੍ਰਿਸ਼ ਚਿਤਰਿਆ ਗਿਆ ਹੈ। ਗੋਇਆ ਦੀ ਸੁਪ੍ਰਸਿੱਧ ਪੇਂਟਿੰਗ ਜਿਹੜੀ ਹੈ 3 ਮਈ 1808। ਇਹਦੇ ਵਿੱਚ ਤਸਵੀਰ ਦਾ ਮੁੱਖ ਨਾਇਕ ਉਹ ਯੋਧਾ ਹੈ ਜੋ ਹਿੱਕ ਵਿੱਚ ਵੱਜਦੀ ਗੋਲੀ ਸਮੇਂ ਆਪਣੀਆਂ ਬਾਹਾਂ ਨਿਡਰ ਹੋ ਕੇ ਉੱਪਰ ਚੁੱਕ ਕੇ ਖੜਾ, ਜਿਵੇਂ ਕਾਤਲ ਨੂੰ ਵੰਗਾਰ ਰਿਹਾ ਹੋਵੇ, ਲੈ ਮਾਰ ਗੋਲੀ।
ਗੁਰਨੀਕਾ ਨਾਂ ਦੀ ਪਿਕਾਸੋ ਦੀ ਇਹ ਕਲਾਕ੍ਰਿਤੀ ਜੋ ਤੁਹਾਡੇ ਸਾਹਮਣੇ ਹੈ, ਔਰ ਇਸ ਦੇ ਵਿੱਚ ਔਰਤ ਨੇ ਇਸੇ ਢੰਗ ਨਾਲ ਹੱਥ ਚੁੱਕੇ ਨੇ, ਤਾਂ ਇਹ ਇਸ ਤਰੀਕੇ ਨਾਲ ਚੁੱਕੇ ਹੱਥ ਗੋਇਆ ਦੀ ਸ਼ਾਹਕਾਰ ਕਿਰਤ ਦੀ ਐਲੂਜ਼ਨ ਜਾਂ ਉਹੀ ਭਰਮ ਸਿਰਜਦੇ ਨੇ। ਸੰਯੋਗਵਸ ਸਪੇਨ ਦੇ ਹੀ ਚਿੱਤਰਕਾਰ ਫਰਾਂਸਿਸਕੋ ਗੋਇਆ ਦੀ ਪੇਂਟਿੰਗ ਵੀ ਇਸੇ ਅਜਾਇਬ ਘਰ ਵਿੱਚ ਹੀ ਸੁਸ਼ੋਭਿਤ ਹੈ। ਤਸਵੀਰ ਦਾ ਇਹ ਹਿੱਸਾ ਅੱਗ ਵਿੱਚ ਫਸੀ ਔਰਤ ਦੀ ਬੇਵਸੀ ਦਾ ਪ੍ਰਤੀਕ ਵੀ ਹੈ। ਬੂਹੇ ਦੀ ਚੁਗਾਠ ਤੇ 4 ਤਕੋਣ ਤੇ ਔਰਤ ਦੀ ਸੱਜੀ ਲੱਤ ਤੇ 3 ਤਕੋਣ ਅੱਗ ਦੀ ਪੇਸ਼ਕਾਰੀ ਕਰਦੇ ਨੇ। ਹੁਣ ਪੇਂਟਿੰਗ ਵਿੱਚ 2 ਮਹਿਲਾਵਾਂ ਯੁੱਧ ਤੇ ਇਸ ਦੁਆਰਾ ਤਬਾਹੀ ਨੂੰ ਨੇੜੇ ਤੋਂ ਵੇਖਣ ਦਾ ਯਤਨ ਕਰ ਰਹੀਆਂ ਨੇ। ਯਿਸੂ ਮਸੀਹ ਨੂੰ ਸਲੀਬ ਤੇ ਚੜਾਉਣ ਦੇ ਦ੍ਰਿਸ਼ ਨੂੰ ਕਈ ਚਿੱਤਰਕਾਰਾਂ ਨੇ ਪੇਸ਼ ਕੀਤਾ ਹੈ, ਜਿਨ੍ਹਾਂ ਵਿੱਚ 2 ਮਹਿਲਾਵਾਂ ਯਿਸੂ ਮਸੀਹ ਦੀ ਸ਼ਹਾਦਤ ਦੀਆਂ ਗਵਾਹ ਹਨ। ਹੁਣ ਪਾਬਲੋ ਪਿਕਾਸੋ ਨੇ ਇਸ ਚਿੱਤਰ ਵਿੱਚ 2 ਮਹਿਲਾਵਾਂ ਨੂੰ ਯੁੱਧ ਦੀਆਂ ਗਵਾਹ ਤੇ ਦਰਸ਼ਕ ਵਜੋਂ ਪੇਸ਼ ਕਰਕੇ 2 ਔਰਤਾਂ ਦੇ ਮੋਟਿਫ ਨੂੰ ਜਾਂ ਮੈਟਾਫਰ ਨੂੰ ਆਧੁਨਿਕ ਤੇ ਧਰਮ ਨਿਰਪੱਖ ਰੰਗਤ ਦੇ ਕੇ ਆਧੁਨਿਕ ਸਲੀਬ ਦਾ ਪ੍ਰਤੀਕ ਉਭਾਰਿਆ ਹੈ। ਹੁਣ ਗੋਗੋਇਨ ਦੀ ਪੇਂਟਿੰਗ ਪੀਲਾ ਮਸੀਹ, ਇਹਦੇ ਵਿੱਚ ਵੀ ਦੋਵੇਂ ਮਹਿਲਾਵਾਂ ਵੇਖੀਆਂ ਜਾ ਸਕਦੀਆਂ ਹਨ। ਗੋਗੋਇਨ ਦੀ ਕਲਾਕ੍ਰਿਤੀ ਵਿੱਚ ਮਹਿਲਾਵਾਂ ਦੀਆਂ ਅੱਖਾਂ ਰੋ ਰੋ ਕੇ ਸੁੱਕ ਗਈਆਂ ਹਨ, ਪਰ ਪਿਕਾਸੋ ਦੇ ਚਿੱਤਰ ਦੀਆਂ ਔਰਤਾਂ ਦੀਆਂ ਅੱਖਾਂ ਵਿੱਚ ਹੰਝੂ ਨੇ, ਇਹ ਗਿੱਲੀਆਂ ਨੇ। ਤਸਵੀਰ ਨੂੰ ਧਿਆਨ ਨਾਲ ਵੇਖੋ, ਕੁਝ ਤੱਤ ਬੜੇ ਸਪਸ਼ਟ ਪੜੇ ਵੇਖੇ ਜਾ ਸਕਦੇ ਨੇ, ਸਮਝੇ ਜਾ ਸਕਦੇ ਨੇ। ਇਹ ਇੱਕ ਕਮਰੇ ਦਾ ਦ੍ਰਿਸ਼ ਜਿਸ ਵਿੱਚ ਖੱਬੇ ਪਾਸੇ ਖੁੱਲੇ ਕਿਨਾਰੇ ਤੇ ਇੱਕ ਮੋਟੀਆਂ ਮੋਟੀਆਂ ਅੱਖਾਂ ਵਾਲਾ ਸਾਹਣ ਇੱਕ ਔਰਤ ਤੇ ਖੜਾ। ਇਹ ਔਰਤ ਆਪਣੀਆਂ ਬਾਹਾਂ ਵਿੱਚ ਇੱਕ ਬੱਚੇ ਦੀ ਲਾਸ਼ ਲੈ ਕੇ ਰੋ ਰਹੀ ਹੈ। ਮਹਿਲਾ ਦੀ ਦਰਦਨਾਕ ਹਾਲਤ ਨੂੰ ਵੇਖ ਕੇ ਮਾਈਕਲ ਐਂਜਲੋ ਦਾ ਬਣਾਇਆ ਪਾਈਟਾ ਨਾਂ ਦਾ ਬੁੱਤ ਸਾਹਮਣੇ ਆ ਜਾਂਦਾ ਹੈ, ਜਿਸ ਵਿੱਚ ਮਰੀਅਮ ਆਪਣੇ ਹੱਥਾਂ ਵਿੱਚ ਯਿਸੂ ਮਸੀਹ ਦੀ ਲਾਸ਼ ਲਈ ਬੈਠੀ ਹੈ ਅਤੇ ਉਸ ਦੀਆਂ ਅੱਖਾਂ ਸੁੱਕੀਆਂ ਹਨ। ਵਿਜੇ ਵਿਵੇਕ ਦੀ ਗਜ਼ਲ ਦਾ ਇੱਕ ਬੰਦ ਚੇਤੇ ਆਉਂਦਾ ਹੈ, ਦਰਦ ਇੰਨਾ ਕਿ ਰੇਤ ਵੀ ਤੜਫੀ, ਜ਼ਬਤ ਇੰਨਾ ਕਿ ਚੀਖਿਆ ਨਾ ਗਿਆ। ਹੁਣ ਕੇਂਦਰ ਵਿੱਚ ਤਸਵੀਰ ਦੇ ਜਿੱਥੇ ਕੇਂਦਰ ਵੱਲ ਵੇਖੋ, ਪੀੜਾ ਨਾਲ ਕਰਾ ਰਿਹਾ ਇੱਕ ਘੋੜਾ ਡਿੱਗ ਰਿਹਾ ਹੈ। ਇੰਜ ਜਾਪਦਾ ਜਿਵੇਂ ਇਸ ਤੇ ਹੁਣੇ-ਹੁਣੇ ਕਿਸੇ ਨੇ ਨੇਜਾ ਮਾਰਿਆ ਹੋਵੇ, ਜੋ ਇਸ ਦੇ ਸਰੀਰ ਨੂੰ ਚੀਰਦਾ ਇਸ ਵਿੱਚੋਂ ਲੰਘ ਗਿਆ ਹੋਵੇ। ਘੋੜੇ ਦੇ ਸਰੀਰ ਦੇ ਇੱਕ ਪਾਸੇ ਵੱਡਾ ਖੁੱਲਾ ਜ਼ਖਮ ਇਸ ਚਿੱਤਰ ਦਾ ਮੁੱਖ ਕੇਂਦਰ ਬਿੰਦੂ। ਘੋੜੇ ਦੇ ਹੇਠ ਇੱਕ ਫੌਜੀ ਦੀ ਲਾਸ਼, ਜਿਸ ਦੇ ਟੁਕੜੇ ਹੋਏ ਸਪਸ਼ਟ ਵਿਖਾਈ ਦਿੰਦੇ ਨੇ। ਉਸਦੀ ਵੱਢੀ ਹੋਈ ਇੱਕ ਬਾਂਹ ਦੇ ਹੱਥ ਵਿੱਚ ਅਜੇ ਵੀ ਟੁੱਟੀ ਤਲਵਾਰ ਕੱਸ ਕੇ ਫੜੀ ਹੈ, ਜਿਸ ਵਿੱਚੋਂ ਇੱਕ ਫੁੱਲ ਉੱਗ ਰਿਹਾ ਹੈ। ਇਹ ਫੁੱਲ ਜਿਹੜਾ ਉੱਗਦਾ ਹੈ, ਇਹ ਸ਼ਾਂਤੀ ਦਾ ਪ੍ਰਤੀਕ ਹੈ, ਕਲਾਕ੍ਰਿਤੀ ਦਾ ਮੂਲ ਪੈਗਾਮ। ਪਿਕਾਸੋ ਦੀਆਂ ਵਧੇਰੇ ਕਲਾਕ੍ਰਿਤੀਆਂ ਵਿੱਚ ਘੁੱਗੀ ਸ਼ਾਂਤੀ ਦਾ ਪ੍ਰਤੀਕ ਬਣ ਕੇ ਉੱਭਰਦੀ ਹੈ, ਪਰ ਇਸ ਪੇਂਟਿੰਗ ਵਿੱਚ ਅਮਨ ਦਾ ਬਿੰਬ ਉੱਗ ਰਹੇ ਫੁੱਲ ਰਾਹੀਂ ਸਾਕਾਰ ਕਰਕੇ ਚਿੱਤਰਕਾਰ ਨੇ ਸੁਨੇਹਾ ਦੇਣ ਦਾ ਨਿਵੇਕਲਾ ਚਿਹਨ ਵਰਤਿਆ ਹੈ। ਸਮਝ ਵੀ ਆਉਂਦਾ ਹੈ, ਪੇਂਟਿੰਗ ਦੀ ਆਪਦੀ ਭਾਸ਼ਾ ਹੁੰਦੀ ਹੈ। ਜਦੋਂ ਤੁਸੀਂ ਇਸ ਪੇਂਟਿੰਗ ਨੂੰ ਪੜ੍ਹ ਲਿਆ, ਇਸ ਤੋਂ ਬਾਅਦ ਤੁਸੀਂ ਦੂਸਰੀਆਂ ਪੇਂਟਿੰਗ ਨੂੰ ਤੁਸੀਂ ਜਦੋਂ ਪੜ੍ਹੋਗੇ ਜਾਂ ਦੇਖੋਗੇ, ਸਮਝਣ ਦਾ ਯਤਨ ਕਰੋਗੇ, ਤਾਂ ਤੁਹਾਡੀ ਜਿਹੜੀ ਇੱਕ ਮਨ ਦੀ ਕੰਡੀਸ਼ਨਿੰਗ ਹੈ, ਜੋ ਤੁਹਾਡੀ ਦਿਮਾਗ ਦੀ ਸੋਚਣ ਦੀ ਕੰਡੀਸ਼ਨਿੰਗ ਹੈ, ਬਦਲ ਜਾਵੇਗੀ। ਆਪਣੀਆਂ ਹੋਰ ਪੇਂਟਿੰਗ ਤੋਂ ਵੱਖ ਚਿਹਨ ਦੀ ਉਸਾਰੀ ਤੇ ਪੇਸ਼ਕਾਰੀ ਤੋਂ ਉਹ ਇਸ ਪੇਂਟਿੰਗ ਦੇ ਨਿਵੇਕਲੇ ਹੋਣ ਦੇ ਸਿੱਧਤ ਦਾ ਪ੍ਰਭਾਵ ਦਿੰਦਾ ਹੈ। ਇਸ ਤਸਵੀਰ ਦਾ ਕੇਂਦਰੀ ਭਾਵ ਹੈ, ਜੋ ਕਿ ਚਿੱਤਰ ਦੇ ਨਿਮਨ ਅਰਧ ਦੇ ਕੇਂਦਰ ਵਿੱਚ ਹੈ, ਮਰੇ ਹੋਏ ਫੌਜੀ ਦੀ ਖੁੱਲੀ ਹਥੇਲੀ ਤੇ ਇੱਕ ਨਿਸ਼ਾਨ ਜੋ ਸ਼ਹਾਦਤ ਦਾ ਬਿੰਬ। ਇਹ ਯਿਸੂ ਮਸੀਹ ਦੇ ਸਟਿਗਮੈਟਾ ਤੋਂ ਲਿਆ ਗਿਆ ਹੈ। ਗੋਇਆ ਦੇ ਚਿੱਤਰ ਵਿੱਚ ਸ਼ਹੀਦ ਹੋ ਰਹੇ ਬਾਗੀ ਦੀ ਹਥੇਲੀ ਵਿੱਚ ਵੀ ਇਹੀ ਬਿੰਬ ਸਪਸ਼ਟ ਵਿਖਾਈ ਦਿੰਦਾ ਹੈ। ਇਸ ਚਿੰਨ੍ਹ ਰਾਹੀਂ ਚਿੱਤਰਕਾਰ ਨੇ ਸ਼ਹਾਦਤ ਦੇ ਅਰਥਾਂ ਨੂੰ ਵਿਸਤਾਰ ਦਿੱਤਾ ਹੈ। ਦੁੱਖ ਨਾਲ ਕਰਾ ਰਹੇ ਘੋੜੇ ਦੇ ਸਿਰ ਤੋਂ ਇੱਕ ਮਾੜੀ ਜਾਂ ਬਦਸ਼ਗਨੀ ਅੱਖ ਦੇ ਰੂਪ ਵਿੱਚ ਰੌਸ਼ਨੀ ਦਾ ਬਲਬ ਜਗਮਰਾ ਰਿਹਾ ਹੈ। ਇਹ ਤਸ਼ੱਦਦ ਕਰਨ ਵਾਲੇ ਦੇ ਸੈੱਲ ਦਾ ਨੰਗਾ ਬਲਬ ਹੈ। ਘੋੜੇ ਦੇ ਉੱਪਰਲੇ ਸੱਜੇ ਪਾਸੇ ਇੱਕ ਡਰੀ ਹੋਈ ਮਹਿਲਾ ਦੀ ਤਸਵੀਰ, ਜੋ ਕਿ ਆਪਣੇ ਸਾਹਮਣੇ ਵਾਪਰ ਰਹੀਆਂ ਘਟਨਾਵਾਂ ਨੂੰ ਵੇਖ ਰਹੀ ਹੈ। ਲੱਗਦਾ ਜਿਵੇਂ ਉਹ ਇੱਕ ਖਿੜਕੀ ਵਿੱਚੋਂ ਤੈਰ ਕੇ ਕਮਰੇ ਵਿੱਚ ਚਲੀ ਗਈ ਹੋਵੇ। ਉਸਦੀ ਤੈਰ ਰਹੀ ਬਾਂਹ ਹੈ, ਜਿਸ ਨੇ ਹੱਥ ਨਾਲ ਇੱਕ ਚਿਰਾਗ ਭਾਵ ਇੱਕ ਲੈਂਪ ਫੜਿਆ ਹੈ, ਇੱਕ ਦੀਵਾ ਫੜਿਆ ਹੈ, ਜਿਸ ਦੀ ਲਾਟ ਲਟ-ਲਟ ਜਗਮਗ ਰਹੀ ਹੈ। ਇਸ ਲੈਂਪ ਚਿਰਾਗ ਇਹ ਚਿਰਾਗ ਜਾਂ ਲੈਂਪ ਜਿਹੜਾ ਹੈ, ਇਹ ਬਲਬ ਦੇ ਐਨ ਨਜ਼ਦੀਕ ਹੈ ਅਤੇ ਇਹ ਉਮੀਦ ਦਾ ਚਿੰਨ੍ਹ ਵੀ ਹੈ, ਜੋ ਕਿ ਰੌਸ਼ਨੀ ਵਾਲੇ ਬਲਬ ਨਾਲ ਟਕਰਾ ਰਿਹਾ ਹੈ। ਸੱਜੇ ਪਾਸਿਓਂ ਇੱਕ ਹੈਰਾਨ ਪਰੇਸ਼ਾਨ ਔਰਤ ਤੈਰ ਰਹੀ ਮਹਿਲਾ ਦੇ ਹੇਠ ਕੇਂਦਰ ਵੱਲ ਲੜਖੜਾਉਂਦੀ ਆ ਰਹੀ ਹੈ। ਉਹ ਬਲਬ ਦੀ ਜਗਮਗਾਉਂਦੀ ਰੌਸ਼ਨੀ ਵੱਲ ਫਟ ਜਿਹਾ ਝਾਕਦੀ ਹੈ। ਬਲਦ ਰੋਂਦੀ ਮਹਿਲਾ ਤੇ ਘੋੜੇ ਦੀਆਂ ਜੀਭਾਂ ਦੀ ਥਾਂ ਚੀਖਾਂ ਦੇ
ਚਿੰਨ੍ਹ ਛੁਰੇ ਨੇ। ਬਲਦ ਦੇ ਪਛਾਣ ਕੰਧ ਤੇ ਇੱਕ ਘੁੱਗੀ ਬਣੀ ਹੈ। ਇਸ ਦੇ ਸਰੀਰ ਦਾ ਇੱਕ ਹਿੱਸਾ ਕੰਧ ਵਿੱਚ ਤਰੇੜ ਵਿੱਚ ਮਿਸ਼ਰਤ ਹੈ, ਜਿਸ ਵਿੱਚੋਂ ਚਮਕਦੀ ਰੌਸ਼ਨੀ ਵਿਖਾਈ ਦਿੰਦੀ ਹੈ, ਜਾਂ ਕਹਿ ਲਓ ਵੇਖੀ ਜਾ ਸਕਦੀ ਹੈ। ਇਹ ਉਮੀਦ ਦਾ ਚਿੰਨ੍ਹ ਹੈ। ਬਾਹਰੀ ਸੰਸਾਰ ਦਾ ਚਿੰਨ੍ਹ, ਐਨ ਸੱਜੇ ਪਾਸੇ ਇੱਕ ਔਰਤ ਦਹਿਸ਼ਤ ਨਾਲ ਬਾਹਾਂ ਉਠਾਈ ਦਿਖਾਈ ਦਿੰਦੀ ਹੈ, ਜੋ ਕਿ ਉੱਪਰ ਤੇ ਹੇਠਾਂ ਦੀ ਅੱਗ ਦੇ ਵਿੱਚ ਵਿਚਕਾਰ ਫਸੀ ਹੈ। ਉਸਦਾ ਸੱਜਾ ਹੱਥ ਇੱਕ ਹਵਾਈ ਜਹਾਜ਼ ਦੇ ਆਕਾਰ ਦਾ ਝਾਲਾ ਦਿੰਦਾ ਹੈ। ਇਸ ਕੰਧ ਚਿੱਤਰ ਦੇ ਐਨ ਸੱਜੇ ਕਿਨਾਰੇ ਤੇ ਖੁੱਲੇ ਦਰਵਾਜ਼ੇ ਵਾਲੀ ਇੱਕ ਕਾਲੀ ਸਿਆਹ ਕੰਧ ਹੈ। ਇਸ ਤਸਵੀਰ ਵਿੱਚ ਪ੍ਰਕਾਸ਼ ਆਪਣੇ ਦੋ ਅਰਥੀ ਰੂਪ ਵਿੱਚ ਪੇਸ਼ ਹੈ। ਅਜਿਹੇ ਚਿਹਨਾਂ ਰਾਹੀਂ ਪਿਕਾਸੋ ਆਪਣੇ ਦਰਸ਼ਕ ਜਾਂ ਆਪਣੇ ਕਲਾ ਪ੍ਰੇਮੀ ਨੂੰ ਸਪੇਸ ਦਿੰਦਾ ਹੈ ਕਿ ਉਹ ਆਪਣੇ ਅਰਥ ਖੁਦ ਪੈਦਾ ਕਰ ਸਕੇ, ਕੱਢ ਸਕੇ। ਚਿੱਤਰ ਨੂੰ ਥੋੜਾ ਹੋਰ ਧਿਆਨ ਨਾਲ ਵੇਖਣ ਤੇ ਇਸ ਦੇ ਦੋ ਹੋਰ ਪਸਾਰ ਸਾਹਮਣੇ ਆਉਂਦੇ ਨੇ। ਘੋੜੇ ਦੇ ਚਿੱਤਰ ਵੱਲ ਵੇਖੋ। ਦੋ ਲੁਕਵੇਂ ਪਰਛਾਵੇਂ ਘੋੜੇ ਦੇ ਚਿੱਤਰ ਵਿੱਚ ਮੌਜੂਦ ਨੇ। ਪਹਿਲਾ, ਇੱਕ ਮਾਨਵੀ ਖੋਪੜੀ ਜਿਸ ਨੇ ਘੋੜੇ ਦੇ ਜਿਸਮ ਨੂੰ ਘੇਰਿਆ ਹੈ, ਜਾਂ ਕਹਿ ਲਓ ਘੋੜੇ ਦੇ ਸਰੀਰ ਵਿੱਚ ਸਮੋਈ ਹੈ। ਦੂਸਰਾ, ਘੋੜੇ ਨੂੰ ਹੇਠਾਂ ਤੋਂ ਇੱਕ ਬਲਦ ਖੂਨੋਂ ਖੂਨ ਕਰ ਰਿਹਾ ਹੈ। ਬਲਦ ਦਾ ਸਿਰ ਘੋੜੇ ਦੀ ਮੂਹਰਲੀ ਪੂਰੀ ਲੱਤ ਤੋਂ ਬਣਿਆ ਹੈ, ਜਿਸ ਦਾ ਗੋਡਾ ਜ਼ਮੀਨ ਤੇ ਹੈ। ਲੱਤ ਦੇ ਗੋਡੇ ਦੀ ਕੈਪ ਤੋਂ ਉਸਦਾ ਨੱਕ ਬਣਦਾ ਹੈ। ਘੋੜੇ ਦੀ ਛਾਤੀ ਵਿਚਕਾਰ ਇੱਕ ਸਿੰਗ ਵਿਖਾਈ ਦਿੰਦਾ ਹੈ। ਬਲਦ ਦੀ ਪੂਛ ਤੋਂ ਬਲਦੀ ਅੱਖ ਦਾ ਦ੍ਰਿਸ਼ ਬਣਦਾ ਹੈ, ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਹੈ, ਜੋ ਕਿ ਸ਼ਾਇਦ ਇਸ ਦੁਆਲੇ ਸਲੇਟੀ ਹਲਕੇ ਪਰਛਾਵੇਂ ਦੁਆਰਾ ਪੈਦਾ ਕੀਤੀ ਖਿੜਕੀ ਵਿੱਚੋਂ ਨਿਕਲਦਾ ਜਾਪਦਾ ਹੈ। ਇਸ ਤਸਵੀਰ ਵਿੱਚ ਦੋ ਪ੍ਰਮੁੱਖ ਤੱਤ ਬਲਦ ਤੇ ਘੋੜਾ ਨੇ। ਘੁੱਗੂ ਘੁੱਗੀ ਦੀ ਹੋਂਦ ਲਘੂ ਹੈ, ਨਿਮਨ ਹੈ, ਛੋਟੀ ਹੈ, ਖੱਬੇ ਪਾਸੇ ਕੰਧ ਤੇ ਚਿਪਕੇ ਪਰਛਾਵੇਂ ਦੇ ਰੂਪ ਵਿੱਚ। ਸਪੇਨੀ ਸੱਭਿਆਚਾਰ ਵਿੱਚ ਬਲਦ ਤੇ ਘੋੜਾ ਦੋ ਅਹਿਮ ਕਿਰਦਾਰ ਨੇ। ਇਹ ਬਿੰਬ ਸਮੇਂ ਤੇ ਸਥਾਨ ਅਨੁਸਾਰ ਵੱਖਰਾ ਅਰਥ ਗ੍ਰਹਿਣ ਕਰਦੇ ਨੇ। ਇਸੇ ਕਰਕੇ ਤਸਵੀਰ ਦੀ ਸਮਝ ਟੇਢੀ ਖੀਰ ਹੋ ਨਿਬੜਦੀ ਆ, ਔਖੀ ਹੈ ਇਸ ਦੀ ਸਮਝ ਕਈ ਵਾਰੀ। ਮਤਲਬ ਇਸ ਪੇਂਟਿੰਗ ਨੂੰ ਡੀਕੋਡ ਕਰਨਾ ਇਸ ਕਰਕੇ ਔਖਾ ਹੋ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਲੋਕ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਚਿੰਨ੍ਹਾਂ ਦੇ ਅਰਥ ਸਮਝਦੇ ਹਾਂ। ਜੋ ਸਪੇਨੀ ਸੱਭਿਆਚਾਰ ਦੇ ਮੁਤਾਬਕ ਜੋ ਇਹ ਤਸਵੀਰ ਘੜੀ ਗਈ ਹੈ, ਬਣਾਈ ਗਈ ਹੈ, ਪੇਂਟ ਕੀਤੀ ਗਈ ਹੈ, ਉਸ ਦੇ ਵਿੱਚ ਚਿਹਨ ਸਾਨੂੰ ਸਮਝਣ ਦੇ ਲਈ ਸਪੇਨੀ ਜਿਹੜੀ ਮਿਥੋਲੋਜੀ ਆ, ਸਪੇਨ ਦੇ ਵਿੱਚ ਜੋ ਸੱਭਿਆਚਾਰ ਹੈ, ਉਸ ਨੂੰ ਸਮਝਣਾ ਪਵੇਗਾ। ਬਲਦ ਤੇ ਘੋੜੇ ਦੇ ਵਿਸ਼ਿਸ਼ਟ ਅਰਥਾਂ ਦਾ ਸੰਚਾਰ ਕਰਨ ਲਈ ਕਲਾਕ੍ਰਿਤੀ ਦੇ ਹੋਰ ਪੱਖਾਂ ਵੱਲ ਨਜ਼ਰ ਦੌੜਾਉਣੀ ਵੀ ਲਾਜ਼ਮੀ ਹੋ ਜਾਂਦੀ ਹੈ। ਕਲਾ ਇਤਿਹਾਸਕਾਰ ਪੈਟਰੀਸੀਆ ਫੀਲਿੰਗ ਵੀ ਅਜਿਹੀ ਦੁਬਿਧਾ ਦੀ ਸ਼ਿਕਾਰ ਹੈ। ਉਸਨੇ ਵੀ ਇਸ ਤਸਵੀਰ ਦਾ ਵਿਸ਼ਲੇਸ਼ਣ ਕਰਦਿਆਂ ਇਸ ਸਮੱਸਿਆ ਨਾਲ ਦੋ ਚਾਰ ਹੋਣਾ ਪਿਆ ਸੀ। ਬੇਸ਼ੱਕ ਪਿਕਾਸੋ ਨੇ ਆਪਣੇ ਕਲਾਤਮਕ ਜੀਵਨ ਦੌਰਾਨ ਕਈ ਢੰਗਾਂ ਨਾਲ ਉਹਨਾਂ ਬਲਦ ਤੇ ਘੋੜੇ ਦੇ ਸੰਬੰਧਾਂ ਨੂੰ ਪ੍ਰਗਟਾਇਆ। ਪਿਕਾਸੋ ਨੇ ਇਹਨਾਂ ਮਹਾਜੀਵਾਂ ਦੀ ਹੋਂਦ ਸਪਸ਼ਟ ਕਰਨ ਲਈ ਆਖੇ ਜਾਣ ਤੇ ਕਿਹਾ ਸੀ, ਇਹ ਬਲਦ ਬਲਦ ਹੈ, ਘੋੜਾ ਘੋੜਾ। ਜੇਕਰ ਤੁਸੀਂ ਮੇਰੀਆਂ ਕਲਾਕ੍ਰਿਤੀਆਂ ਵਿੱਚ ਕੁਝ ਨੂੰ ਅਰਥ ਦਿੰਦੇ ਹੋ ਤਾਂ ਇਹ ਸਹੀ ਹੋ ਸਕਦਾ ਹੈ, ਪਰ ਇਹ ਅਰਥ ਤੁਸੀਂ ਦਿਓ, ਮੇਰਾ ਇਹ ਕੰਮ ਨਹੀਂ। ਜੋ ਵਿਚਾਰ ਤੇ ਨਿਰਣੇ ਤੁਸੀਂ ਇਸ ਪੇਂਟਿੰਗ ਨੂੰ ਦੇਖ ਕੇ ਕੱਢਦੇ ਹੋ, ਉਵੇਂ ਹੀ ਮੈਂ ਕੱਢਦਾ ਹਾਂ, ਪਰ ਅਚੇਤ ਰੂਪ ਵਿੱਚ ਤੇ ਬਿਰਤੀਆਂ ਦੇ ਪੱਧਰ ਤੇ ਮੈਂ ਇਸ ਕਿਰਤ ਦੀ ਸਿਰਜਣਾ ਕਰ ਦਿੱਤੀ। ਜਿਵੇਂ ਮੈਨੂੰ ਲੱਗਾ ਮੈਂ ਵਾਹ ਦਿੱਤਾ, ਬਣਾ ਦਿੱਤਾ, ਪੇਂਟ ਕਰ ਦਿੱਤਾ। ਆਓ ਇਸ ਤਸਵੀਰ ਨੂੰ ਸਮਝਣ ਲਈ ਪਿਕਾਸੋ ਵੱਲੋਂ ਵਾਹੇ ਕੁਝ ਹੋਰ ਚਿੱਤਰਾਂ ਵੱਲ ਵੇਖੀਏ। ਫ੍ਰੈਂਕੋ ਦਾ ਸੁਪਨਾ ਤੇ ਝੂਠ ਅਨੁਮਾਨ ਹੇਠ ਪਿਕਾਸੋ ਦੁਆਰਾ ਬਣਾਏ ਵਰਣਿਤ ਚਿੱਤਰਾਂ ਸਕੈਚਾਂ ਦੀ ਲੜੀ ਵਿੱਚ ਤਾਨਾਸ਼ਾਹ ਫ੍ਰੈਂਕੋ ਨੂੰ ਇੱਕ ਦੈਂਤ ਵਜੋਂ ਸਿਰਜਿਆ ਗਿਆ ਹੈ, ਜੋ ਪਹਿਲਾਂ ਆਪਣੇ ਘੋੜੇ ਨੂੰ ਨਿਗਲ ਜਾਂਦਾ ਹੈ, ਫਿਰ ਇੱਕ ਗੁੱਸੇਖੋਰ ਬਲਦ ਨਾਲ ਲੜਦਾ ਹੈ। ਇਹਨਾਂ ਚਿੱਤਰਾਂ ਦਾ ਤਾਂ ਗੁਰਨਿਕਾ ਦੀ ਬੰਬਾਰੀ ਤੋਂ ਪਹਿਲਾਂ ਹੀ ਕੰਮ ਆਰੰਭ ਹੋ ਚੁੱਕਾ ਸੀ, ਤੇ ਚਾਰ ਵਧੀਕ ਪੈਨਲ ਵੀ ਜੁੜ ਗਏ ਸਨ, ਜਿਨ੍ਹਾਂ ਵਿੱਚੋਂ ਤਿੰਨ ਸਿੱਧੇ ਰੂਪ ਵਿੱਚ ਗੁਰਨਿਕਾ ਕੰਧ ਚਿੱਤਰ ਨਾਲ ਸੰਬੰਧਿਤ ਨੇ। ਹੁਣ ਇਸ ਮਹਾਨ ਪੇਂਟਿੰਗ ਬਾਰੇ ਵੀਵਰਲੇ ਰੇ ਨੇ ਆਪਣੇ ਅਨੁਮਾਨ ਪੇਸ਼ ਕੀਤੇ ਨੇ। ਪੇਂਟਿੰਗ ਵਿੱਚ ਵਰਤੇ ਅਖਬਾਰੀ ਪ੍ਰਿੰਟ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਨੂੰ ਹੱਤਿਆ ਕਾਂਡ ਬਾਰੇ ਕਿਵੇਂ ਪਤਾ ਲੱਗਾ, ਇਹ ਦੱਸਦਾ ਉਹ। ਚਿੱਤਰ ਵਿੱਚ ਰੌਸ਼ਨੀ ਦਾ ਬਲਬ ਸੂਰਜ ਦੀ ਪ੍ਰਤੀਨਿਧਤਾ ਕਰਦਾ ਹੈ। ਜਿਸਮਾਂ ਦੇ ਰੂਪ ਤੇ ਪੋਸਚਰ ਰੋਸ ਦਾ ਪ੍ਰਗਟਾਵਾ ਕਰਦੇ ਨੇ। ਪਿਕਾਸੋ ਕਿਰਤ ਵਿੱਚ ਗੰਭੀਰ ਉਦਾਸ ਰੌਂ ਲਿਆਉਣ ਲਈ ਕਾਲੇ, ਚਿੱਟੇ, ਸਲੇਟੀ ਰੰਗਾਂ ਦਾ ਪ੍ਰਯੋਗ ਕਰਦਾ ਹੈ ਤੇ ਦੁੱਖ ਤੇ ਤਬਾਹੀ ਪ੍ਰਗਟਾਉਂਦਾ ਹੈ। ਲਾਟਾਂ ਵਿੱਚ ਜਾਂ ਜਿਹੜੀਆਂ ਅੱਗ ਦੀਆਂ ਲਾਟਾਂ ਵਿੱਚ ਘਿਰੀਆਂ ਟੁੱਟਦੀਆਂ ਢਹਿੰਦੀਆਂ ਇਮਾਰਤਾਂ ਗੁਰਨਿਕਾ ਦੀ ਤਬਾਹੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਘਰੇਲੂ ਯੁੱਧ ਦੀ ਅਥਾਹ ਨਾਂਦਰੂ ਤਾਕਤ ਦਿਖਾਉਂਦੀਆਂ ਨੇ। ਕਲਾਕ੍ਰਿਤੀ ਦੇ ਹੇਠਲੇ ਪਾਸੇ ਟੁੱਟੀ ਤਲਵਾਰ ਹਮਲਾਵਰਾਂ ਹੱਥੋਂ ਹੋਈ ਲੋਕਾਂ ਦੀ ਹਾਰ ਦਾ ਪ੍ਰਤੀਕ ਹੈ।
ਤਸਵੀਰ ਵਿੱਚ ਰੰਗਾਂ ਦੀ ਅਣਹੋਂਦ ਯੁੱਧ ਦੇ ਨਾਂ ਪੱਖੀ ਅਸਰ ਨੂੰ ਗੂੜਾ ਕਰਦੀ ਹੈ। ਇਹ ਮੂਲ ਰੂਪ ਵਿੱਚ ਤਸਵੀਰ ਬਲੈਕ ਐਂਡ ਵਾਈਟ ਜਿਹੜੀ ਹੈ, ਕਾਲੀ ਤੇ ਸਫੈਦ ਜਾਂ ਸਿਆਹ ਤੇ ਸਫੈਦ ਦੋ ਰੰਗਾਂ ਦੀ ਵਰਤੋਂ ਹੋਈ ਹੈ ਇਸ ਦੇ ਵਿੱਚੋਂ। ਭਾਵੇਂ ਕਿ ਬਾਅਦ ਦੇ ਵਿੱਚ ਜਿਹੜੀ ਹੈ ਇਸ ਦੇ ਉੱਤੇ ਕਲਰ ਕਰਕੇ ਜਿਹੜੇ ਹੈ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ, ਪਰ ਅਸਲ ਪੇਂਟਿੰਗ ਜਿਹੜੀ ਆ ਉਹ ਬਲੈਕ ਐਂਡ ਵਾਈਟ ਹੈ। ਇੰਜ ਜਾਪਦਾ ਜਿਵੇਂ ਤਬਾਹੀ ਦਾ ਇਹ ਮੰਜ਼ਰ ਤੁਹਾਡੀਆਂ ਅੱਖਾਂ ਸਾਹਮਣੇ ਵਾਪਰਿਆ ਹੋਵੇ ਤੇ ਤੁਸੀਂ ਬੇਵੱਸ ਗਵਾਹ ਵਾਂਗੂ ਡਰੇ ਹੋਏ, ਹੈਰਾਨ ਪਰੇਸ਼ਾਨ ਵੇਖ ਰਹੇ ਹੋ। ਇਸ ਬੁਰੇ ਸੁਪਨੇ ਤੋਂ ਬਚਣ ਦਾ ਕੋਈ ਰਾਹ ਨਾ ਦਿਖਾਈ ਦੇ ਰਿਹਾ ਹੋਵੇ। ਮਨ ਅੰਦਰ ਲਾਚਾਰੀ ਦੀ ਤਿੱਖੀ ਭਾਵਨਾ ਜਨਮ ਲੈਂਦੀ ਹੈ, ਉਸਲਵੱਟੇ ਲੈਂਦੀ ਹੈ। ਚਿੱਟੇ ਕਾਲੇ ਸਲੇਟੀ ਰੰਗ ਤੁਹਾਡੀਆਂ ਅੱਖਾਂ ਵਿੱਚ ਯਥਾਰਥ ਦੇ ਕਿੱਲਾਂ ਵਾਂਗੂ ਖੁੱਭ ਜਾਂਦੇ ਨੇ, ਅੱਖਾਂ ਵਿੱਚ ਵੱਜਦੇ ਨੇ, ਕਿਉਂਕਿ ਤੁਸੀਂ ਟੈਲੀਵਿਜ਼ਨ ਤੇ ਵੀ ਯੁੱਧ ਦੀਆਂ ਚੱਲਦੀਆਂ ਰੰਗਦਾਰ ਤਸਵੀਰਾਂ ਵੇਖਣ ਗਿੱਝੇ ਹੋਏ ਹੋ। ਇਹ ਵਿਚਾਰ ਅਲੈਗਜ਼ੈਂਡਰੋ ਐਸਕਲੋਨਾ ਦੇ ਨੇ। ਇਸ ਕਲਾਕ੍ਰਿਤੀ ਦਾ ਅਧਿਐਨ ਸਾਨੂੰ ਯੁੱਧ ਦੀ ਹਿੰਸਾ ਦੇ ਅਨੇਕ ਪ੍ਰਭਾਵਾਂ ਦੇ ਰੂਬਰੂ ਕਰਾਉਂਦਾ ਹੈ। ਜਿਸ ਕਰਕੇ ਇਹ ਪੇਂਟਿੰਗ ਆਧੁਨਿਕ ਕਲਾ ਦੇ ਸਭ ਤੋਂ ਤਾਕਤਵਰ ਯੁੱਧ ਵਿਰੋਧੀ ਕਥਨ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਇਹ ਰੰਗ ਰਹਿਤ ਤਸਵੀਰ ਯੁੱਧ ਜ਼ਿੰਦਗੀ ਦੇ ਰੰਗਾਂ ਨੂੰ ਖਤਮ ਕਰ ਦਿੰਦਾ ਹੈ। ਮੌਤ ਰੰਗਹੀਨ ਹੁੰਦੀ ਹੈ, ਕਫਨ ਦਾ ਰੰਗ ਸਫੈਦ ਹੁੰਦਾ ਹੈ, ਚਿਖਾ ਤੇ ਲਟਾਉਣ ਵੇਲੇ ਲਾਸ਼ ਦੇ ਚਿੱਟੇ ਕਾਲੇ ਕੱਪੜੇ ਪਾਏ ਜਾਂਦੇ ਨੇ। ਸੋ ਤਸਵੀਰ ਵਿੱਚ ਸਫੈਦ ਤੇ ਸਿਆਹ ਰੰਗਾਂ ਤੋਂ ਬਿਨਾਂ ਕੋਈ ਹੋਰ ਰੰਗ ਦੇ ਪ੍ਰਯੋਗ ਤੋਂ ਗੁਰੇਜ਼ ਮੌਤ ਦੇ ਭਿਆਨਕ ਮੰਜ਼ਰ ਦੇ ਰੂਬਰੂ ਕਰਾਉਂਦਾ ਹੈ। ਬੈਚਿਸ ਜਾਰਡਨਜ਼ ਤੇ ਬਹਿਮੀਅਰ ਮੁਤਾਬਕ ਇਸ ਕਲਾਕ੍ਰਿਤੀ ਰਾਹੀਂ ਪਿਕਾਸੋ ਨੇ ਰਾਜਸੀ ਸੱਤਾ ਸ਼ਕਤੀ ਹਿੰਸਾ ਦੀ ਹਾਲਤ ਵਿੱਚ ਚਿੱਤਰਕਾਰ ਵਜੋਂ ਆਪਣੀ ਭੂਮਿਕਾ ਤੇ ਤਾਕਤ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਜਾਪਦਾ ਹੈ। ਇੱਕ ਰਾਜਸੀ ਪੇਂਟਿੰਗ ਵਜੋਂ ਵੇਖਣ ਦੀ ਥਾਂ ਜੇਕਰ ਅਸੀਂ ਇਸ ਨੂੰ ਕਲਾ ਦੀ ਸ਼ਕਤੀ ਵਜੋਂ ਵੇਖੀਏ ਤਾਂ ਵੇਖਦੇ ਹਾਂ ਕਿ ਰਾਜਸੀ ਜੁਰਮ, ਯੁੱਧ ਜਾਂ ਮੌਤ ਜਿਹੀ ਭਿਆਨਕ ਸਥਿਤੀ ਵਿੱਚ ਅਜਿਹੀਆਂ ਤਾਕਤਵਰ ਤੇ ਸੱਤਾ ਤੇ ਕਾਬਜ਼ ਧਿਰਾਂ ਤੋਂ ਇਨਸਾਨ ਨੂੰ ਸੁਤੰਤਰ ਕਰਨ ਜਾਂ ਬਚਾਉਣ ਵਾਲੀ ਸਵੈ ਦੀ ਹੋਂਦ ਨੂੰ ਜ਼ੋਰ ਨਾਲ ਪੇਸ਼ ਕਰਨ ਵਿੱਚ ਕਲਾ ਤੇ ਯੋਗਦਾਨ ਤੇ ਪਿਕਾਸੋ ਦੀ ਇਹ ਟਿੱਪਣੀ ਹੈ। ਇਹਨਾਂ ਸ਼ਬਦਾਂ ਦੇ ਨਾਲ ਅੱਜ ਇਹ ਪ੍ਰੋਗਰਾਮ ਦਾ ਅੰਤ ਕਰਦੇ ਹਾਂ, ਵਿਦਾ ਲੈਂਦੇ ਹਾਂ। ਤੁਹਾਨੂੰ ਇਹ ਅੱਜ ਦੀ ਵੀਡੀਓ, ਅੱਜ ਦੀ ਗੱਲਬਾਤ, ਇਹ ਸੰਵਾਦ ਕਿਵੇਂ ਲੱਗਾ ਜ਼ਰੂਰ ਦੱਸਣਾ। ਸਤਿ ਸ੍ਰੀ ਅਕਾਲ ਦੋਸਤੋ।